ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ, ਬਿਲਡਿੰਗ ਰਿਲੇਸ਼ਨਸ਼ਿਪਸ ਥਰੂ ਡਾਇਲੌਗ। ਹਰ ਸ਼ਨੀਵਾਰ ਨੂੰ ਵਿਜ਼ਨ ਟੀਵੀ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਕੋਈ ਨਾ ਕੋਈ ਵੱਖਰਾ ਪਰਸਪੈਕਟਿਵ ਲੈ ਕੇ ਆਏ ਹੋਏ ਸਾਡੇ ਮਹਿਮਾਨ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਨੇ। ਉਸ ਦੇ ਤਹਿਤ ਅੱਜ ਇੱਕ ਬਹੁਤ ਮਹੱਤਵਪੂਰਨ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ। ਹਰ ਇੱਕ ਲੋਕ ਜਿਹੜੇ ਵੀ ਧਰਮ ਵਿੱਚ ਆਪਣੀ ਵਿਸ਼ਵਾਸ ਰੱਖਦੇ ਨੇ, ਮੁਬਾਰਕ ਹੋਵੇ ਉਹਨਾਂ ਨੂੰ ਧਰਮ, ਪਰ ਧਰਮ ਅਸਲ ਵਿੱਚ ਹੈ ਕੀ ਹੈ? ਅੱਜ ਅਸੀਂ ਹਿੰਦੂਇਜ਼ਮ ਅਤੇ ਸਿੱਖੀਜ਼ਮ ਦਾ ਜੋ ਪਰਸਪੈਕਟਿਵ ਹੈ ਉਸ ਦੇ ਆਧਾਰ 'ਤੇ ਕਿਵੇਂ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣਾ ਹੈ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਸਾਥ ਦੇਣਗੇ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ, ਜਿਹੜੇ ਕਿ ਪੰਥ ਦੇ ਇੱਕ ਪ੍ਰਸਿੱਧ ਕਥਾਵਾਚਕ ਨੇ, ਤੇ ਨਾਲ ਮਿਸਿਸ ਰਜਨੀ ਸ਼ਰਮਾ, ਜਿਹੜੇ ਕਿ ਇੱਕ ਹਾਊਸ ਵਾਈਫ ਨੇ ਲੇਕਿਨ ਐਜ਼ ਅ ਵਲੰਟੀਅਰ ਇਹ ਹਿੰਦੂਇਜ਼ਮ ਬਾਰੇ ਹਸਪੀਟਲਸ ਵਿੱਚ, ਹਸਪਤਾਲਾਂ ਵਿੱਚ ਜਾ ਕੇ ਜਾਣਕਾਰੀ ਦਿੰਦੇ ਨੇ। ਸੋ ਆਓ ਸਵਾਗਤ ਕਰਦੇ ਹਾਂ ਦੋਨਾਂ ਹੀ ਮਹਿਮਾਨਾਂ ਦਾ। ਜੈ ਅਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਜੀ। ਸੋ ਪਰਮਜੀਤ ਸਿੰਘ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਿ ਜਦੋਂ ਇੱਕ ਮੁੱਖ ਤੌਰ ਦਾ ਮਕਸਦ ਤਾਂ ਇਹੀ ਸੀ ਧਰਮ ਦਾ, ਕਿਸੇ ਇੱਕ ਸਾਨੂੰ ਚੰਗਾ ਇਨਸਾਨ ਬਣਨ ਦੀ ਹਦਾਇਤ ਦਿੱਤੀ ਗਈ ਸੀ। ਸੋ ਅੱਜ ਬਰੀਫਲੀ ਸਾਨੂੰ ਦੱਸੋ ਕਿ ਸਿੱਖ ਧਰਮ ਦੇ ਵਿੱਚ ਜਿਹੜੇ ਬੇਸਿਕ ਫੰਡਾਮੈਂਟਲਸ ਨੇ, ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਆਦਰਸ਼ਕ ਸਾਨੂੰ ਜੀਵਨ ਬਣਾਉਣ ਵਾਸਤੇ ਕਿਸ ਤਰ੍ਹਾਂ ਦੀ ਸੇਧ ਮਿਲਦੀ ਉਹਦੇ 'ਚੋਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈਗੀ ਜੀ? ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਦੋਂ ਪੜ੍ਹਦੇ ਹਾਂ ਜੀ, ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਨੇਕ ਇਨਸਾਨ ਬਣਨ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਇਨਸਾਨ ਤਿਆਰ ਹੋਵੇ ਕਿ ਸਮਾਜ ਦੇ ਉਹ ਜ਼ਿੰਮੇਵਾਰੀਆਂ ਨੂੰ, ਫਰਜ਼ਾਂ ਨੂੰ ਠੀਕ ਢੰਗ ਨਾਲ ਨਿਭਾਏ ਜੀ, ਕਿਉਂਕਿ ਉਹ ਹਰ ਖਿੱਤੇ ਨਾਲ ਜੁੜਿਆ ਹੈ, ਭਾਵੇਂ ਉਹ ਫੈਮਿਲੀ ਤੌਰ ਤੇ ਹੈ, ਆਪਣੇ ਕਾਰੋਬਾਰੀ ਹੈ, ਜਾਂ ਧਰਮ ਦੀ ਦੁਨੀਆ ਵਿੱਚ ਵੀ ਸੇਵਾਵਾਂ ਕਰਦਾ ਹੈ, ਹੁਣ ਰਾਜਨੀਤਿਕ ਪੱਖ ਵਿੱਚ ਵੀ ਹੈ ਜੀ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਵਿਚਰੇ, ਪਰ ਹੁੰਦਾ ਤਾਂ ਇਨਸਾਨ ਹੈ, ਪਰ ਅਜਿਹੇ ਉਹਦੇ ਕੋਲ ਸੰਸਕਾਰ ਗੁਣ ਹੋਣ ਕਿ ਉਹ ਸਾਰੇ ਸਮਾਜ ਦਾ ਉਹਨਾਂ ਸੰਸਕਾਰਾਂ ਗੁਣਾਂ ਨਾਲ ਭਲਾ ਕਰ ਸਕਦਾ ਹੋਵੇ ਜੀ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜਿਸ ਧਰਮ ਦੀ ਗੱਲ ਕੀਤੀ ਹੈ ਉਹ ਕੋਈ ਸਮਾਜ ਦਾ ਇੱਕ ਫਿਰਕਾ ਨਹੀਂ ਹੈ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਇਸ ਲਾਈਨ ਦੇ ਨਾਲ ਕਿਤੇ ਗੁਰੂ ਸਾਹਿਬ ਨੇ ਜੈਨੀ, ਬੋਧੀ, ਹਿੰਦੂ, ਮੁਸਲਮਾਨ, ਸਿੱਖ ਨਹੀਂ ਜੋੜਿਆ। ਇੱਥੇ ਆਖਿਆ ਕੋਈ ਵੀ ਐਨੀ ਇਨਸਾਨ ਹੋਵੇ ਧਰਤੀ ਦੇ ਕਿਸੇ ਕਾਰਨਰ ਤੇ ਰਹਿੰਦਾ ਹੈ, ਉਹ ਦੋ ਕੰਮ ਕਰੇ, ਇੱਕ ਹਰ ਕੋ ਨਾਮ ਜਪ, ਇੱਕ ਨਿਰਮਲ ਕਰਮ। ਹਰ ਕੋ ਨਾਮ ਜਪ ਦਾ ਅਰਥ ਹੈ ਕਿ ਅਕਾਲ ਪੁਰਖ ਦੇ ਬਣਾਏ ਹੋਏ ਨਿਯਮ ਜੋ ਪੂਰੀ ਕਾਇਨਾਤ ਵਿੱਚ ਇੱਕ ਹੁਕਮ ਚੱਲ ਰਿਹਾ ਹੈ, ਇੱਕ ਨਿਯਮ ਬਣਾਇਆ ਹੈ, ਉਸ ਨਿਯਮ ਦੇ ਤਹਿਤ ਆਪਣੇ ਜੀਵਨ ਨੂੰ ਚਲਾਵੇ ਔਰ ਗੁਣਾਂ ਨੂੰ ਫੋਲੋ ਕਰੇ, ਗੁਣਾਂ ਨੂੰ ਅਪਲਾਈ ਕਰੇ ਲਾਈਫ ਦੇ ਵਿੱਚ, ਔਰ ਉਹਨਾਂ ਗੁਣਾਂ ਨੂੰ ਫਿਰ ਨਿਰਮਲ ਕਰਮ, ਜਿਹੜਾ ਕਰਮ ਕਰੇ, ਵਿਹਾਰ ਕਰੇ, ਉਹਨਾਂ ਗੁਣਾਂ ਦੇ ਅਕੋਰਡਿੰਗ ਕਰੇ। ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਜਦੋਂ ਹੋਰ ਵੀ ਧਰਮ ਦੀ ਗੱਲ ਕੀਤੀ ਤੇ ਇਹ ਗੱਲ ਆਖੀ, ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਹਰ ਬੰਦੇ ਵਾਸਤੇ ਧਰਮ ਬੜਾ ਬੈਨੀਫਿਟ ਰਹੇਗਾ, ਹਰ ਇੱਕ ਇਨਸਾਨ ਨੂੰ ਚੰਗਾ ਲੱਗੇਗਾ ਜਦੋਂ ਸਾਰੇ ਭਰਮ ਛੱਡ ਦੇਵੇ ਜੀ। ਕੋਈ ਕਾਲਪਨਿਕ ਚੀਜ਼ ਜਾਂ ਕੋਈ ਡਰ, ਖੌਫ, ਨਰਕ, ਸਵਰਗ ਜਾਂ ਕੋਈ ਟੂਣਾ ਹੈ, ਕੋਈ ਕਿਸੇ ਤੇ ਕੋਈ ਕਰ ਰਿਹਾ, ਇਹ ਸਾਰੇ ਭਰਮ ਛੱਡ ਦੇਵੇ, ਜੀਵਨ ਵਿੱਚ ਹੌਲਾ ਹੋ ਕੇ ਚੱਲੇ ਜੀ, ਔਰ ਉਹਦੇ ਜੀਵਨ ਵਿੱਚ ਕੇਵਲ ਇੱਕ ਮਕਸਦ ਹੋਵੇ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜੀ। ਅਕਾਲ ਪੁਰਖ ਦੇ ਵਾਲੇ ਪਾਸੇ ਚੱਲਦਾ ਹੈ ਤੇ ਉਹਦਾ ਇਹ ਜੀਵਨ ਦਾ ਸਫ਼ਰ ਜਿਹੜਾ ਹੈ ਉਹ ਗੁਰੂ ਗਿਆਨ ਦੇ ਅਕੋਰਡਿੰਗ ਹੋਵੇ, ਕਿਉਂਕਿ ਅਸੀਂ ਸਫ਼ਰ ਤੇ ਚੱਲ ਰਹੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਜੀ ਕਿ ਆਖਿਰ ਰਾਹ ਵਿੱਚ ਚੁਰਾਹੇ ਦੁਰਾਹੇ ਆਣਗੇ, ਮੈਨੂੰ ਕਿਤੇ ਗਲਤ ਨਾ ਚਲਾ ਦੇਣ। ਗੁਰੂ ਜਿਹੜਾ ਇੱਕ ਗਿਆਨ ਹੈ ਜੀ, ਹਰ ਇਨਸਾਨ ਦੀ ਲਾਈਫ ਵਿੱਚ ਇੱਕ ਗੁਰੂ ਜਿਹੜਾ ਸ਼ਬਦ ਗਿਆਨ ਹੈ ਜੀ। ਜਿੱਥੇ ਗੁਰੂ ਸਾਹਿਬ ਨੇ ਦੇ ਪਰੰਪਰਾ ਖਤਮ ਕਰ ਦਿੱਤੀ, ਕਿਸੇ ਤੋਂ ਪੁੱਛ ਕੇ ਚਲੋ ਕਿ ਤੁਹਾਨੂੰ ਅੱਜ ਬੰਦੇ ਤੋਂ ਪੁੱਛਣਾ ਪਏਗਾ ਹਮਾਰੀ ਰਾਸ਼ੀ ਕਿਆ कहती है, हम कैसे चले। ਗੁਰੂ ਸਾਹਿਬ ਕਹਿੰਦੇ ਤੁਹਾਡਾ ਜੀਵਨ ਜਿਹੜਾ ਹੈ ਉਹ ਨਿਰਵਲ ਕਰਮ ਦੇ ਅਕੋਰਡਿੰਗ ਚੱਲਣਾ ਚਾਹੀਦਾ ਹੈ, ਔਰ ਸ਼ਬਦ ਜਿਹੜਾ ਹੈ ਉਹ ਹਰ ਦੁਨੀਆ ਦਾ ਮਨੁੱਖ ਫੋਲੋ ਕਰ ਰਿਹਾ, ਅੱਜ ਸ਼ਬਦ ਦੇ ਅਕੋਰਡਿੰਗ ਚੱਲ ਰਿਹਾ ਹੈ। ਤੇ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਗੱਲ ਆਖ ਦਿੱਤੀ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਾਂ ਬਾਣੀ ਗੁਰੂ, ਗੁਰੂ ਹੈ ਬਾਣੀ ਜੀ। ਹਰ ਇਨਸਾਨ ਜਿਹੜਾ ਹੈ ਉਹ ਆਪਣੇ ਲਾਈਫ ਦੇ ਵਿੱਚ ਅਵਗੁਣਾਂ ਨੂੰ ਤਿਆਗੇ, ਗੁਣਾਂ ਨੂੰ ਗ੍ਰਹਿਣ ਕਰੇ, ਗਿਆਨ ਦੇ ਅਕੋਰਡਿੰਗ ਜਿਹੜਾ ਹੈ ਉਹ ਗੁਣਾਂ ਦੀ ਪਰਖ ਕਰੇ, ਔਰ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨੇ, ਜਿਹੜੇ ਫਰਜ਼ ਨੇ,
ਕਿ ਬੱਚਿਆਂ ਦੀ ਪਾਲਣਾ ਕਿਸ ਤਰੀਕੇ ਦੇ ਨਾਲ ਕਰਨੀ ਹੈ, ਮੈਂ ਬੱਚਿਆਂ ਵਾਸਤੇ ਅਗਰ ਕਮਾਈ ਕਰਨੀ ਹੈ ਤੇ ਉਹ ਕਿਹੋ ਜੀ ਕਰਕੇ ਲਿਆਣੀ ਹੈ, ਕਿਤੇ ਅਜਿਹਾ ਨਾ ਹੋਵੇ ਕਿ ਬਹੁ ਪਰ ਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੇ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਇਸ ਤਰੀਕੇ ਨਾਲ ਬਾਣੀ ਨੇ ਉਹਨੂੰ ਇਹ ਸਿਖਾਇਆ ਕਿ ਤੂੰ ਕਰਮ ਜਿਹੜਾ ਕਰਨਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਵੇਂ ਅਸੀਂ ਤਿੰਨ ਮੂਲ ਸਿਧਾਂਤਾਂ ਦੀ ਗੱਲ ਆਮ ਤੌਰ ਤੇ ਕਰਦੇ ਹਾਂ ਕਿ ਨਾਮ ਜਪਣਾ ਜੀ ਤੇ ਵੰਡ ਛਕਣਾ ਤੇ ਕਿਰਤ ਕਰਨਾ। ਰਾਈਟ। ਹੁਣ ਜਿਹੜਾ ਕਿਰਤ ਹੈ ਤੇ ਜਿਹੜਾ ਨਾਮ ਹੈ ਇਹਦਾ ਹੀ ਵੰਡ ਛਕਣਾ ਹੈ। ਰਾਈਟ। ਇਹ ਦੋ ਮੁੱਢਲੇ ਨੇ। ਜਿਹੜਾ ਤੁਹਾਡੇ ਕੋਲ ਗੁਣ ਹੈ ਤੁਸੀਂ ਦੂਜੇ ਨਾਲ ਸਾਂਝਾ ਕਰਨਾ ਹੈ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਇਸ ਤਰ੍ਹਾਂ ਗੁਣਾ ਦੀ ਸਾਂਝ ਨਾਲ ਮਨੁੱਖ ਦੇ ਨੇੜੇ ਬਣੇਗਾ। ਰਾਈਟ। ਔਰ ਫਿਰ ਕਿਰਤ ਕਰਨਾ, ਜਿਹੜੀ ਨੇਕ ਕਿਰਤ ਕਰਨੀ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਤੁਸੀਂ ਆਪ ਮਿਹਨਤ ਕਰਨੀ ਹੈ, ਮੁਸ਼ੱਕਤ ਕਰਨੀ ਹੈ। ਵੇਲੇ ਹੋ ਕੇ ਸਮਾਜ ਦਾ ਤੁਸੀਂ ਸਮਾਂ ਵੇਸਟ ਕਰੋਗੇ, ਨਾਲੇ ਤੁਹਾਡਾ ਵੀ ਨਹੀਂ ਸਰਨਾ, ਮੰਗ ਕੇ ਚੱਲਣਾ ਨਹੀਂ। ਐਬਸੋਲੂਟਲੀ। ਬੜੇ ਸੋਹਣੇ ਸਿਧਾਂਤਕ ਪੁਆਇੰਟਸ ਜਿਹੜੇ ਤੁਸੀਂ ਦੱਸੇ ਨੇ, ਇਹਨਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਹਿੰਦੂਇਜ਼ਮ ਦਾ ਜਿਹੜਾ ਪਰਸਪੈਕਟਿਵ ਹੈਗਾ ਜੀ, ਗੀਤਾ ਬੜਾ ਇੱਕ ਸੇਕ੍ਰੇਟ ਟੈਕਸਟ ਹੈਗਾ ਹਿੰਦੂ ਦਾ, ਉਹਦੇ ਬਾਰੇ ਥੋੜਾ ਜਿਹਾ ਹੁਣ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਸਿਧਾਂਤਕ ਤੌਰ ਦੇ ਉੱਤੇ ਇਹ ਸੋਚ ਹੈਗੀ ਹੈ, हिंदुज़म विच किस चीज़ उत्ते फोकस किया गया जी? हरप्रीत जी, जो भारतीय चिंतन है उसमें ये कहा गया है कि जो मनुष्य शरीर है वो आपको 84 लाख योनियों के बाद में मिला है। ठीक है। बताने का मतलब ये है कि कितना महत्वपूर्ण ये शरीर है जी। और इस शरीर के थ्रू अगर आप चाहें जी तो इस शरीर में जो आत्मा है उसका ज्ञान आप प्राप्त कर सकते हैं जी। आत्मा का ज्ञान प्राप्त करने से आप एक महाजीवन को उपलब्ध होंगे। ठीक है। ऐसी भारतीय चिंतना है जी। तो वो कहते हैं अताथो ब्रह्म जिज्ञासा, कि हमें ब्रह्म के बारे में चिंतन करना चाहिए जी, इंक्वायरी करनी चाहिए जी कि वो क्या है। तो पूरा भारतीय मानस ये मानता है कि अगर आपने इस शरीर में रहते हुए जी शरीर के अंदर जो आत्मा विद्यमान है, अगर उसके ज्ञान को आपने जान लिया जी, इंटेलेक्चुअल लेवल पे नहीं, सुनकर नहीं, समझकर नहीं, सोचकर नहीं जी, उसको जान लिया अनुभव के तल पे, और उसको आपने जान लिया एक्सपीरियंस के लेवल पे जी, तो उसके बाद जो जीवन है आपका, उसका लक्ष्य पूरा हो गया। आपका जो पर्पस था इस बॉडी में आने का, दैट इज ग्लोरियसली फुलफिल्ड। राइट। अगर आपने नथिंग बिलो दैट। राइट। और भगवान ने कहा कि तुम कभी जन्म आफ्टर जन्म तुम्हारे आते रहेंगे, उस जन्म में तुम बहुत अच्छे सत्कर्म करोगे, तुम्हें और अच्छा जन्म मिल जाएगा। तुम्हारे किसी कुसंग की वजह से कर्म बुरे हो गए, तुम्हें नीचे के योनियों में तुम चले जाओगे, लेकिन आवागमन तुम्हारा चलता रहेगा। और हर बार जी जब तुम मृत्यु को प्राप्त होगे, बहुत भयावह, और फिर दूसरा जन्म, राइट, फिर मृत्यु, तो ये चक्र चलता रहेगा जी। तुम्हारे पास मनुष्य जीवन में मनुष्य देह धारण करके एक स्वर्णिम अवसर है जी। स्वर्णिम अवसर का मतलब कि एक गोल्डन अपॉर्चुनिटी, राइट, गोल्डन अपॉर्चुनिटी है कि तुम इस शरीर में रह के, इस शरीर के जाने से पहले जी आप आत्मा के ज्ञान को एक्सपीरियंस लेवल पे जान लो। राइट। ये भारतीय चिंतना है। ओके। चिंतन की जो आप बात कर रहे हैं उसके बारे में थोड़ा सा बता दीजिए कि चिंतन किसका करना है, और उससे क्या चिंतन मीन्स जस्ट आंखें बंद करके बैठ जाना, उस भगवान को याद करना, क्या इसको चिंतन कहा गया है या कुछ और है? देखिए, जैसे हम गीता की आपने बात कही कि भगवान कृष्ण ने गीता में जो उपदेश दिए हैं, जहाँ पर कि अर्जुन युद्ध से भाग रहे हैं, वो यही चाहते थे कि मैं अलग चला जाऊं और आंखें बंद करके बैठ जाऊं और ये सोचूं। तो भगवान ने कहा ऐसे नहीं, तुम अपने कर्तव्य कर्मों को करो। तुम्हारे कर्तव्य कर्म क्या हैं? तुम जिस परिवार में पैदा हुए हो, जिस धर्म में पैदा हुए हो, उसी धर्म में रह के, उस परिवार में रह के, अपने कर्तव्य कर्मों को करते हुए निष्काम बुद्धि से अगर करोगे
तो धीरे धीरे ओवर अ पीरियड ऑफ टाइम तुम्हें अपने आप ज्ञान प्राप्त होगा। ठीक है। कि ये जो मेरा जीवन है, क्योंकि उसकी वजह ये है कि जिस वक्त आप कर्तव्य कर्मों को करते हैं जी। बिना अटैचमेंट के, बिना आसक्ति वाली बुद्धि के, तो धीरे धीरे आपका जो मन है वो एक बहुत शांत लेवल पे चला जाता है। Okay. आपकी धीरे धीरे जीवन की वासनाएं, तृष्णाएं, डिजायर्स धीरे धीरे वो कंट्रोल हो जाती हैं। जी। तो जब कंट्रोल माइंड हो जाता है, वो माइंड एकाग्रचित हो जाता है। जी। एकाग्रचित जो मन है वो बलशाली मन होता है। ओके। उसकी जो बुद्धि है वो सूक्ष्म हो जाती है। जी। तो जो सूक्ष्म बुद्धि होती है उससे फिर वो मन, बुद्धि और अहंकार से परे आत्मा के ज्ञान को समझ सकता है। बहुत खूब जी, थैंक यू वेरी मच। चिंतन की जो गल करते हैं तो ये काफ़ी सारे भुलेखे ने। सिखिज्म चिंतन की जो गल की कि उस परमात्मा को हमेशा याद रखने की, तो कि वो परमात्मा की जो असीं गल करते हैं, राम की जो असीं गल करें, तो रमाया होया हर चीज़ दे विच वो रब है। सूक्ष्म तो ये लफ्ज़ां का इस्तेमाल किया जाता है। ये संबंध में दसो कि चिंतन किस चीज़ का करना है? ਕੋਈ ਅਜਿਹੀ ਇੱਕ ਚੀਜ਼ ਨਹੀਂ ਹੈ ਕਿ ਅਸੀਂ ਜਿਹਦੇ ਵੱਲ ਧਿਆਨ ਰੱਖਣਾ ਹੈ ਕਿ ਖਾਸ ਕੋਈ ਸਥੂਲ ਚੀਜ਼ ਮੂਰਤੀ ਰੂਪ ਚ ਕਹਿ ਲਓ ਜਾਂ ਕੋਈ ਚੀਜ਼ ਦਾ ਇਹੋ ਜਿਹਾ ਕਿ ਉਹਦੇ ਵੱਲ ਧਿਆਨ ਰੱਖੋ ਹਮੇਸ਼ਾ। ਹਰ ਇੱਕ ਇਨਸਾਨ ਦੇ ਵਿੱਚ ਮੈਂ ਅਕਾਲ ਪੁਰਖ ਨੂੰ ਮਹਿਸੂਸ ਕਰਾਂ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਇਹ ਗੱਲ ਦਾ ਧਿਆਨ ਵਿੱਚ ਰਵੇ ਕਿ ਬਲਿਹਾਰੀ ਕੁਦਰਤ ਵਸਿਆ, ਕਿ ਕੁਦਰਤ ਵਿੱਚ ਹੀ ਅਕਾਲ ਪੁਰਖ ਵਸਿਆ ਆ ਜੀ। ਜਦੋਂ ਮੈਂ ਕੁਦਰਤ ਵਿੱਚ ਵਿਚਰਾਂ, ਮੈਂ ਕਿਸੇ ਵੀ ਖੇਤਰ ਵਿੱਚ ਜਾਵਾਂ, ਕਿਸੇ ਨਾਲ ਗੱਲ ਕਰਾਂ ਜੀ, ਤੇ ਉਦੋਂ ਮੈਨੂੰ ਇਹ ਧਿਆਨ ਵਿੱਚ ਰਹਿਣਾ ਚਾਹੀਦਾ ਕਿ ਮੈਂ ਜਿਸ ਨਾਲ ਬੋਲ ਰਿਹਾ ਵਾਂ, ਜਿਹਦੇ ਨਾਲ ਕੰਮ ਕਰ ਰਿਹਾ ਵਾਂ, ਇਸ ਵਿੱਚ ਵੀ ਇੱਕ ਅਕਾਲ ਪੁਰਖ ਹੀ ਹੈ। ਇਹ ਵੀ ਇਨਸਾਨ ਉਹਦਾ ਹੀ ਬਣਾਇਆ ਹੈ ਕਿ ਇੱਕੋ ਹੀ ਮਿੱਟੀ ਤੋਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ। ਇੱਕੋ ਮਿੱਟੀ ਤੋਂ ਅਗਰ ਅਕਾਲ ਪੁਰਖ ਨੇ ਸਾਰੇ ਨੂੰ ਵੱਖ-ਵੱਖ ਬਣਾਇਆ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਕਿਸੇ ਕੰਟਰੀ 'ਚ, ਕੋਈ ਕਿਸੇ ਕੰਟਰੀ 'ਚ ਹੈ, ਪਰ ਸਾਡੇ ਵਿੱਚ ਉਹ ਭੇਦ ਨਾ ਖੜਾ ਹੋ ਜਾਏ। ਇਸ ਕਰਕੇ ਇਹ ਗੱਲ ਧਿਆਨ ਵਿੱਚ ਰਵੇ ਜੀ। ਫਿਰ ਅਸੀਂ ਕਦੀ ਵੀ ਕਿਸੇ ਦੇ ਨਾਲ ਦਗਾ ਨਹੀਂ ਕਰਾਂਗੇ, ਝੂਠ ਨਹੀਂ ਬੋਲਾਂਗੇ, ਕਿਸੇ ਨਾਲ ਫਰੇਬ ਨਹੀਂ ਕਰਾਂਗੇ। ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਆਖਿਆ ਕਿ ਸਾਰਿਆਂ ਨਾਲੋਂ ਇੱਕ ਉੱਤਮ ਗੁਣ ਹੈ ਜੀ, ਸਰਬ ਗੁਣਾ ਗੁਣ ਉੱਤਮੋ ਭਰਤਾ ਦੂਰ ਨਾ ਪੇਖਰੀ। ਇਹ ਗੱਲ ਧਿਆਨ 'ਚ ਰਵੇ ਕਿ ਅਕਾਲ ਪੁਰਖ ਮੇਰੇ ਨੇੜੇ ਹੈ, ਉਹ ਨੇੜੇ ਵਸਦਾ ਹਮੇਸ਼ਾ ਜੀ, ਸਾਰਿਆਂ ਦੇ ਵਿੱਚ ਉਹਨੂੰ ਮਹਿਸੂਸ ਕਰਦਾ ਹੋਵੇ। ਜਿਹਦੇ ਨਾਲ ਵੀ ਜਿਹੋ ਜਿਹਾ ਵਿਹਾਰ ਕਰ ਰਿਹਾ, ਬੱਚਿਆਂ ਨਾਲ ਵਿਚਰਦਾ ਹੈ, ਆਪਣੇ ਮਾਤਾ ਪਿਤਾ ਨਾਲ, ਸਮਾਜ ਦੇ ਕਾਰੋ ਵਿਹਾਰ ਨਾਲ, ਤੇ ਇਹ ਉਸ ਨੂੰ ਧਿਆਨ 'ਚ ਰਵੇ। ਨਾ ਕਿ ਗੁਰਬਾਣੀ ਵਿੱਚ ਕਿਤੇ ਅਜਿਹਾ ਨਹੀਂ ਆਖਿਆ ਕਿ ਤੁਸੀਂ ਚੌਂਕੜੀ ਲਾ ਕੇ ਸਮਾਧੀ ਲਾ ਕੇ ਬੈਠੋ, ਇਸ ਜਗ੍ਹਾ ਧਿਆਨ ਰੱਖਣਾ ਹੈ ਜਾਂ ਅੱਖਾਂ ਬੰਦ ਕਰਨੀਆਂ ਨੇ। ਇਸ ਨੂੰ ਬਾਣੀ ਨੇ ਬਿਲਕੁਲ ਰੱਦ ਕੀਤਾ ਹੈ। ਇਸ ਨੂੰ ਬਗਲਾ ਬਿਰਤੀ ਆਖਿਆ ਹੈ। ਗੁਰੂ ਸਾਹਿਬ ਜੀ ਨੇ ਆਖਿਆ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੁਸੀਂ ਸਾਰੇ ਹੱਥ ਪੈਰ ਨਾਲ ਕੰਮ ਕਰਨੇ ਨੇ ਜੀ। ਤੁਹਾਡਾ ਚਿੱਤ ਜਿਹੜਾ ਹੈ ਉਹ ਅਕਾਲ ਪੁਰਖ ਵੱਲ ਹੋਵੇ ਕਿ ਉਹਨੇ ਸਾਰੀ ਕੁਦਰਤ ਸਾਜੀ ਹੈ, ਉਸੇ ਹੀ ਦਾ ਇਹ ਸਾਰਾ ਹੁਕਮ ਹੈ, ਫਲਸਫਾ ਹੈ, ਜਿਹਦੇ ਵਿੱਚ ਮੈਂ ਆਪਣਾ ਵੀ ਤੇ ਸਮਾਜ ਦਾ ਵੀ ਜਿਹੜਾ ਉਹ ਭਲਾ ਕਰਨਾ ਹੈ, ਆਪਣੀਆਂ ਜ਼ਿੰਮੇਵਾਰੀਆਂ ਠੀਕ ਢੰਗ ਨਾਲ ਨਿਭਾਉਣੀਆਂ ਨੇ। ਰਾਈਟ। ਇੱਥੇ 84 ਜੂਨ ਦੀ ਜਿਹੜੀ ਗੱਲ ਆਉਂਦੀ, ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਹੈਗੀ, ਬੜੀ ਇੰਪੋਰਟੈਂਟ ਆ ਜਾਂਦੀ ਇਹਦੇ 'ਚ ਕਿ ਜਿਹੋ ਜਿਹਾ ਤੁਸੀਂ ਕੁਝ ਕਰੋਗੇ ਉਸ ਤਰ੍ਹਾਂ ਦੀ ਤੁਹਾਨੂੰ ਜੂਨ ਜਿਹੜੀ ਹੈਗੀ ਉਹ ਮਿਲ ਜਾਏਗੀ। ਸੋ ਇਹਦੇ ਵਿੱਚ ਮੌਤ ਤੋਂ ਬਾਅਦ ਕਿੱਥੇ ਜਾਣਾ ਹੈ, ਕੀ ਤੁਹਾਡੇ ਕਰਮਾਂ ਅਨੁਸਾਰ ਤੁਹਾਨੂੰ ਨਰਕ ਜਾਂ ਸਵਰਗ ਵਿੱਚ ਜਗ੍ਹਾ ਮਿਲਣੀ ਹੈ ਜਾਂ ਕੀ ਹੋਣਾ, ਇਹਦੇ ਸੰਬੰਧ ਵਿੱਚ ਗੁਰਬਾਣੀ ਕੀ ਕਹਿੰਦੀ ਹੈਗੀ? ਵੇਖੋ, ਗੁਰੂ ਸਾਹਿਬ ਜੀ ਨੇ ਬਾਣੀ 'ਚ ਇਹ ਗੱਲ ਤਾਂ ਆਖੀ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਠੀਕ। ਇਸ ਦਾ ਅਰਥ ਹੈ ਕਿ ਤਦ ਇਹ ਮਾਨਸ ਦੇਹੀ ਮਿਲੀ ਸਮਝੋ ਜਦੋਂ ਤੁਸੀਂ ਗੁਰ ਸੇਵਾ ਨਾਲ ਜੁੜ ਜਾਓਗੇ ਜੀ, ਕਿ ਗੁਰ ਕੀ ਸੇਵਾ ਸ਼ਬਦ ਵਿਚਾਰ। ਜਦੋਂ ਤੁਹਾਨੂੰ ਗਿਆਨ ਆ ਜਾਏਗਾ ਤਦੋਂ ਮਨੁੱਖਾ ਜਨਮ ਸਫਲਾ ਸਮਝੋ ਜੀ। ਜਿਹੜੀ ਗੱਲ ਆਵਾਗਮਨ ਦੀ ਹੈ, ਆਮ ਦੁਨੀਆ ਦੇ ਮਤ ਹੋਰ ਇਸ ਨੂੰ ਕਿਸ ਢੰਗ ਨਾਲ ਲੈਂਦੇ ਨੇ, ਪਰ ਗੁਰੂ ਸਾਹਿਬ ਨੇ ਬਾਣੀ 'ਚ ਲਫ਼ਜ਼ ਵਰਤੇ ਨੇ ਆਵਾਗਮਨ, ਆਣਾ ਜਾਣਾ, ਪਰ ਉਹਨੂੰ ਕਿਸ ਐਂਗਲ ਤੋਂ ਵਰਤਿਆ? ਜਿਵੇਂ ਭਗਤ ਕਬੀਰ ਜੀ ਦੀ ਬਾਣੀ ਹੈ, ਬੜੀ ਸਮਾਜ 'ਚ ਫੇਮਸ ਹੈ ਕਿ ਭਗਤ ਕਬੀਰ ਜੀ ਦਾ ਨਾਮ ਹਰ ਦੁਨੀਆ ਦਾ ਬੰਦਾ ਜਾਣਦਾ ਹੈ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਇਹ ਗੱਲ ਆਖ ਰਹੇ ਨੇ ਕਿ ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਆਵਾਗਮਨ ਹੋ ਰਿਹਾ, ਪਰ ਕਿਹੜਾ? ਕਹਿੰਦੇ ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਨ ਫੁਨ। ਜਦੋਂ ਤੁਸੀਂ ਪਰਾਏ ਨੂੰ ਗਲਤ ਨਿਗਾਹ ਨਾਲ ਵੇਖਦੇ ਹੋ ਜੀ, ਜਦੋਂ ਤੁਹਾਡੇ ਅੰਦਰ ਇਹ ਵਿਕਾਰ ਚੱਲਦਾ ਹੈ। ਵੇਖੋ, ਇੱਕ ਬੜੀ ਸੌਖੀ ਜੀ ਗੱਲ ਹੈ,
ਅਨੇਕ ਜੂਨਾਂ ਨੇ ਇਸ ਧਰਤੀ ਤੇ, ਜਿਹਨੂੰ ਅਸੀਂ 84 ਕਹਿੰਦੇ, ਭਾਵੇਂ ਕਿ ਜੇ ਗਿਣਤੀ ਕੋਈ ਮੁਕਰਰ ਹੁੰਦਾ, ਕੋਈ ਇਹੋ ਜਿਹਾ ਦਾਵਾ ਨਹੀਂ ਹੋ ਸਕਿਆ। ਰਾਈਟ। ਕੋਈ ਵੀ ਜੂਨ ਹੈ ਉਹ ਆਪਣੀ ਜੂਨ ਆਪਣੀ ਸੋਚ ਨਾਲ ਭੋਗਦਾ ਹੈ। ਕਦੀ ਕੁੱਤੇ ਨੇ ਗਧੇ ਦੀ ਸੋਚ ਲੈ ਕੇ ਜੀਵਨ ਨਹੀਂ ਬਤੀਤ ਕੀਤਾ, ਕਦੀ ਘੋੜੇ ਨੇ, ਕਦੀ ਖਰਗੋਸ਼ ਦੀ ਸੋਚ ਲੈ ਕੇ ਜੀਵਨ ਬਤੀਤ ਨਹੀਂ ਕੀਤਾ। ਠੀਕ। ਇਹ ਆਪਣੀ ਆਪਣੀ ਸੋਚ ਨਾਲ ਚੱਲ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਇੱਕੋ ਹੀ ਹੈ। ਕਦੀ ਇਹ ਕੁੱਤੇ ਦੀ ਸੋਚ ਲੈ ਕੇ ਕੰਮ ਕਰ ਰਿਹਾ ਹੈ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਜਦੋਂ ਇਹਦੇ ਚ ਲੋਭ ਹਾਵੀ ਹੁੰਦਾ ਹੈ, ਇਹ ਮਨੁੱਖ ਨਹੀਂ ਜੀ, ਵੇਖਣ ਨੂੰ ਮਨੁੱਖ ਹੈ। ਰਾਈਟ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਆਵਾਗਮਨ ਹੈ। ਰਾਈਟ। ਇੱਕੋ ਸਰੀਰ ਦੇ ਵਿੱਚ ਕਦੀ ਕਿਹੜੀ ਬਿਰਤੀ ਆ ਰਹੀ ਹੈ, ਕਦੀ ਕਿਹੜੀ ਬਿਰਤੀ ਆ ਰਹੀ ਹੈ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਵੱਖ-ਵੱਖ ਬਿਰਤੀਆਂ ਸਾਡੇ ਅੰਦਰ ਬਾਰ-ਬਾਰ ਚੇਂਜ ਹੋ ਰਹੀਆਂ ਨੇ। ਰਾਈਟ। ਇਹ ਆਵਾਗਮਨ ਹੈ। ਗੁਰਬਾਣੀ ਦੇ ਅਕੋਰਡਿੰਗ ਇਹ ਜੰਮਣ ਮਰਨਾ ਹੈ। ਅਸੀਂ ਬਾਰ-ਬਾਰ ਆਤਮਿਕ ਤੌਰ ਤੇ ਮਰ ਰਹੇ ਹਾਂ, ਬਾਰ-ਬਾਰ ਦੂਜੀ ਬਿਰਤੀ ਨੂੰ ਅਪਲਾਈ ਕਰ ਰਹੇ ਹਾਂ। ਠੀਕ। ਇਹ ਹੈ ਗੁਰਬਾਣੀ ਨੇ ਮਰਨ ਤੋਂ ਬਾਅਦ ਜੀ ਕੋਈ ਸਵਰਗ ਕੋਈ ਨਰਕ ਨਹੀਂ ਮੰਨਿਆ। ਓਕੇ। ਗੁਰਬਾਣੀ ਕਹਿੰਦੀ ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ, ਅਸੀਂ ਰੱਦ ਕਰ ਦਿੱਤੇ। ਠੀਕ। ਕਿਉਂਕਿ ਅੱਜ ਤੱਕ ਕੋਈ ਵੀ ਮਨੁੱਖ ਮਰਨ ਤੋਂ ਬਾਅਦ ਵਾਪਸ ਆ ਕੇ ਨਹੀਂ ਦੱਸਦਾ ਕਿ ਉੱਥੇ ਕੀ ਮਾਹੌਲ ਹੈ। ਇਹਦਾ ਮਤਲਬ ਇਹ ਕਾਲਪਨਿਕ ਹੋ ਗਿਆ, ਇਹ ਕਲਪਨਾ ਹੈ ਜੀ। ਜਿਹੜੀ ਚੀਜ਼ ਦੇਖੀ ਨਹੀਂ ਕਦੀ, ਉਹਦੇ ਬਾਰੇ ਅਸੀਂ ਦੱਸ ਰਹੇ ਹਾਂ ਕਿ ਉੱਥੇ ਇਹੋ ਜਿਹਾ ਮਾਹੌਲ ਹੈ, ਉੱਥੇ ਆ ਕੜਾਏ ਪਏ ਨੇ, ਤੁਹਾਨੂੰ ਤਪਾਇਆ ਜਾਏਗਾ, ਸਜ਼ਾ ਮਿਲੇਗੀ। ਕਲਪਨਾ। ਠੀਕ। ਜਿਹੜੀ ਚੀਜ਼ ਦੇਖੀ ਨਹੀਂ, ਅਸੀਂ ਇੱਥੇ ਰਹਿ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਇਸ ਧਰਤੀ ਨੂੰ ਸਵਰਗ ਬਣਾ, ਚੰਗੇ ਕੰਮ ਕਰ, ਇਹੀ ਸਰਗ ਬਣੇਗੀ। ਜੇ ਤੂੰ ਮਾੜੇ ਕੰਮ करेगा, नशे च पएगा, कुरैती है, वही नर्क वो बन नर्क है। राइट। तो ये जो पर्सपेक्टिव सिखिज्म का है कि आफ्टर डेथ का तो नहीं, लेकिन अभी जो है अपने जीवन को संवार लिया जाए, तो हिंदुज़्म में जो डेथ के बाद का जो कॉन्सेप्ट जो लिखा गया जो ग्रंथों में, उसके संबंध में थोड़ा सा बताइए। देखिए, यहाँ पर ये कहा गया भगवद गीता के अकॉर्डिंग कि आत्मा जो है वो शरीर धारण करती है और वो एक शरीर को छोड़ के दूसरा शरीर धारण करती है। उसमें जो भी संकल्प रह जाते हैं, अनफुलफिल्ड डिजायर्स, उनको लेके दूसरा शरीर बन जाता है। ओके। और अगर कोई व्यक्ति जिस तरह से कि हमने कहा परम लक्ष्य की प्राप्ति के लिए लग जाता है तो वहां पर फिर कोई डिजायर्स बचती नहीं। तो फिर उन्होंने कहा कि उस स्थिति में तुम जीवन मुक्ति, तुम्हारी मुक्ति हो जाती है और तुम दोबारा जन्म नहीं लेते। ओके। और तुम परमात्मा के अंश के रूप में रहते। ठीक है। परमात्मा विच इज ऑल परवेडिंग। तो अगर भगवान सब जगह है, जैसे आपने कहा ना अभी कि किसका चिंतन करें, भगवान सब जगह है, हर काल में है, हर जगह पे है और यहाँ है, अभी है। तो अगर वो सब जगह है तो मेरे अंदर भी होना चाहिए। बिल्कुल। अगर वो हर काल में है तो अभी भी होना चाहिए और वो हर स्थानों पे है तो फिर यहाँ भी होना चाहिए जी। तो अगर हम इस बात को मान लें, भगवान के इस गुण को मान लें कि वो सब जगह हैं, सब समय पे हैं, सब स्थान पे हैं, हमें कहीं जाने की जरूरत नहीं। वेयर वी आर, हम लोग वहीं पे पूर्ण हैं। सिर्फ अज्ञान की वजह से, शरीर के अंदर अहम बुद्धि की वजह से, मन के अंदर तृष्णा और डिजायर्स की वजह से हम भगवान को नहीं पहचान पाते, जो कि हमारे अंदर भी है और हम उसी के अंश हैं। राइट। तो उसको रियलाइज कैसे करना है, उस भगवान को रियलाइज कैसे करना है, कैसे उसकी पहचान करके अपने जीवन में उसको अडॉप्ट करना है, ब्रीफली चाहूँगा बताएं इसके बारे में। जी देखिए, इस बारे में अगर हम ये कहें कि हम आत्मा का अंश हैं तो आत्मा क्या है, तो वेदों ने भी जो आत्मा का स्वरूप बताया वो डायरेक्ट नहीं बताया। ठीक है। उन्होंने ये बताया कि आत्मा ये नहीं है, नेति नेति। नेति नेति का अर्थ होता है वो ये भी नहीं है, ये भी नहीं है, ये भी नहीं है। ओके। तो भगवान, अगर हम विचार करते हैं कि ये शरीर है, शरीर तो बदल रहा है लेकिन भगवान तो एक है, तो इसका मतलब शरीर भगवान नहीं हो सकता। ठीक। अगर मन है तो हमारा मन पल पल बदलता है, संकल्प विकल्प आते हैं, तो वो नहीं है। फिर बुद्धि भी नहीं है। तो अगर शरीर नहीं है, मन नहीं है, बुद्धि नहीं है, तो फिर आत्मा क्या है? इन सब से परे है। तो भगवान ने कहा तुम उसे अनुभव से जानोगे।
सुन के उसका ज्ञान, लेकिन उसके बाद तुम उसको एक्सपीरियंशियल स्टेज जो है वो आपको अडॉप्ट करनी पड़ेगी, तभी पता लगेगा। जी, एक बड़ी खूबसूरत बात और कही कि जिसने रियलाइज्ड कर लिया है, एक आम प्रचलित भाषा में कहा भगवान की आत्मा क्या है, गूंगे का गुड़ है, कि जैसे गूंगे ने खा तो लिया, आनंद महसूस कर रहा है, पर बताएगा कैसे। ਐਬਸੋਲੂਟਲੀ। ਸੋ ਸਿੱਖੀਜ਼ਮ ਦੇ ਵਿੱਚ ਜੀ ਰੱਬ ਦੀ ਪ੍ਰਾਪਤੀ ਦੀ ਜਿਹੜੀ ਹੈਗੀ ਉਹ ਕਿਵੇਂ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ, ਕਿਵੇਂ ਮਹਿਸੂਸ ਕੀਤਾ ਜਾ ਸਕਦਾ? ਜਿਹੜੀ ਮੈਂ ਪਹਿਲਾਂ ਗੱਲ ਆਖੀ ਕਿ ਗੁਰੂ ਸਾਹਿਬ ਨੇ ਆਖਿਆ ਗੁਣ ਕਹਿ ਗੁਣੀ ਸਮਾਵਣਿਆ, ਅਕਾਲ ਪੁਰਖ ਗੁਣ ਰੂਪ ਵਿੱਚ ਹੈ ਜੀ। ਉਹ ਹਰ ਜਿਹੜਾ ਕੰਮ ਕਰਦਾ ਹੈ, ਜਿਹੜਾ ਵੀ ਉਹਦਾ ਨਾਮ ਅੱਜ ਤੱਕ ਸਮਾਜ ਨੇ ਰੱਖਿਆ ਹੈ, ਗੁਣ ਨਾਮ ਰੱਖਿਆ ਹੈ, ਜਿਹਨੂੰ ਗੋਪਾਲ ਆਖਿਆ, ਤੇ ਗੋ ਦਾ ਅਰਥ ਹੈ ਧਰਤੀ, ਪਾਲ ਧਰਤੀ ਨੂੰ ਪਾਲਣ ਵਾਲਾ, ਗੋਪਾਲ, ਤੇ ਇਹ ਗੁਣ ਸਾਡੇ ਅੰਦਰ ਆ ਜਾਏ। ਇਸ ਤਰੀਕੇ ਨਾਲ ਜਿੰਨੇ ਵੀ ਪ੍ਰਮਾਤਮਾ ਦੇ ਗੁਣ ਨੇ ਉਹਨਾਂ ਗੁਣਾਂ ਨੂੰ ਅਪਣਾਉਣਾ ਹੈ, ਗੁਣਾਂ ਨੂੰ ਗਾਉਣਾ ਹੈ। ਅਕਾਲ ਪੁਰਖ ਦਾ ਇੱਕ ਗੁਣ ਹੈ ਨਿਰਭਉ, ਜੇ ਅਸੀਂ ਪਾਠ ਵਿੱਚ ਕਹਾਂਗੇ ਇੱਕ ਓੰਕਾਰ ਇੱਕ ਹੈ, ਅਸੀਂ ਉਹਨੂੰ ਪਾਵਾਂਗੇ ਜਦੋਂ ਅਸੀਂ ਇੱਕ ਹੋ ਜਾਾਂਗੇ, ਇੱਕ ਸੋਚ ਦੇ ਵਿਚਾਰ ਪੈਦਾ ਕਰਾਂਗੇ। ਨਿਰਭਉ ਕਿ ਅਗਰ ਅਕਾਲ ਪੁਰਖ ਦਾ ਗੁਣ ਨਿਰਭਉ ਵਾਲਾ ਹੈ, ਤੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਇਸ ਤਰ੍ਹਾਂ ਅਕਾਲ ਪੁਰਖ ਦੇ ਪਾਉਣ ਦਾ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜਿਹੜਾ ਹੈ ਗੁਣਾਂ ਦੇ ਆਧਾਰਿਤ ਗੁਣਾਂ ਨੂੰ ਅਪਲਾਈ ਕਰ। ਸੋ ਗੁਣਾਂ ਨੂੰ ਆਧਾਰ ਬਣਾ ਕੇ ਤੇ ਜੋ ਬਾਣੀ 'ਚ ਲਿਖਿਆ ਗਿਆ ਉਸ ਨੂੰ ਗ੍ਰਹਿਣ ਕਰੀਏ। ਨਿਰਭਉ ਦੀ ਜਿਹੜੀ ਗੱਲ ਕੀਤੀ, ਜੇ ਰੱਬ ਨਿਰਭਉ ਹੈ ਤੇ ਅਸੀਂ ਵੀ ਨਿਰਭਉਤਾ ਜਿਹੜੀ ਹੈਗੀ ਹੈ ਉਹ ਆਪਣੇ ਜੀਵਨ ਵਿੱਚ ਲਈਏ। ਗੱਲਾਂ ਤਾਂ ਹੋਰ ਵੀ ਬਹੁਤ ਕਰਨੀਆਂ ਜੀ, ਪਰ ਸਮਾਂ ਨਹੀਂ ਆਗੇ ਦੇ ਰਿਹਾ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਤੁਸੀਂ ਬੇਸਿਕਸ ਆਫ ਆਪਣੇ ਧਰਮਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਅੱਜ ਆਏ ਹੋਏ ਮਹਿਮਾਨਾਂ ਨੇ ਜਿਹੜਾ ਹਿੰਦੂਇਜ਼ਮ ਅਤੇ ਸਿੱਖੀਜ਼ਮ ਦੇ ਪਰਸਪੈਕਟਿਵ ਤੋਂ ਜੋ ਜੀਵਨ ਜਾਂਚ ਦੀ ਗੱਲ ਕੀਤੀ ਹੈਗੀ ਹੈ, ਜਿਸ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ, ਮੇਰਾ ਹਮੇਸ਼ਾ ਹੀ ਕਹਿਣਾ ਹੁੰਦਾ ਹੈ ਉਸ ਵਿੱਚ ਹੋਰ ਪਰਪੱਕ ਹੋਈਏ। ਇਹ ਗ੍ਰੰਥਾਂ ਨੂੰ ਸਿਰਫ ਅਸੀਂ ਮੱਥੇ ਟੇਕਣ ਤੱਕ ਸੀਮਿਤ ਨਾ ਕਰੀਏ, ਇਹਨਾਂ ਨੂੰ ਪੜ੍ਹੀਏ, ਵਿਚਾਰੀਏ, ਸਮਝੀਏ ਅਤੇ ਉਸ ਤੋਂ ਬਾਅਦ ਆਪਣੇ ਜੀਵਨ ਵਿੱਚ ਜ਼ਰੂਰ ਗ੍ਰਹਿਣ ਕਰੀਏ। ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ, 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com, ਜਿੱਥੇ ਵਿਜ਼ਨ ਟੀਵੀ ਦੇ ਉੱਤੇ ਹਰ ਹਫਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਸ਼ਨੀਵਾਰ ਨੂੰ 1 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਨਾਲ। ਉਸ ਤੋਂ ਇਲਾਵਾ ਜੋਏ ਟੀਵੀ ਦੇ ਉੱਤੇ ਹਰ ਰੋਜ਼ ਚੈਨਲ 10 ਬ੍ਰਿਟਿਸ਼ ਕੋਲੰਬੀਆ, ਅਤੇ ਉਸ ਤੋਂ ਇਲਾਵਾ ਅਸੀਂ ਓਨਟਾਰੀਓ ਵਿੱਚ ਵੀ ਤੁਹਾਡੇ ਤੱਕ ਸ਼ਾਮਿਲ ਹੁੰਦੇ ਹਾਂ। ਲੇਕਿਨ ਬੈਲ ਟੀਵੀ ਦੇ ਉੱਤੇ ਚੈਨਲ 656 ਦੇ ਉੱਤੇ ਵੀ ਹਰ ਰੋਜ਼ ਸਾਂਝ ਪਾਉਂਦੇ ਹਾਂ। ਜ਼ਰੂਰ ਸਾਂਝ ਪਾਇਆ ਕਰੋ। ਤੁਹਾਡਾ ਆਪਣਾ ਪ੍ਰੋਗਰਾਮ ਹੈ, ਫੀਡਬੈਕਸ ਦਿਆ ਕਰੋ ਤਾਂ ਕਿ ਅਸੀਂ ਹੋਰ ਇਹਨਾਂ ਪ੍ਰੋਗਰਾਮਸ ਨੂੰ ਬਿਹਤਰ ਕਰ ਸਕੀਏ। ਸੋ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।